अस्सलाम वालेकुम। उम्मीद करनी हाँ तुसी सब ठीक ठाक हो गए थे। पर्चियां दी तैयारी भी बड़ी ज़ोरों शोर ते जारी होएगी। अज असी गल करांगे पंजाबी विच जेड़ा साडे कोल एक टॉपिक आंदा है मजमून नवेसी दा, वो की है ते ओनू किस तरह अटैम्प्ट करना चाहिए। 15 नंबर का सवाल होंदा है ते डिफरेंट टॉपिक्स तुहाडे कोल आ सकते हैं, जिवें कि महंगाई हो गया, रिश्वत के बारे च हो गया, आलूदगी के बारे माहौल सोशो इकनॉमिक जेह्ड़े होंदे ना टॉपिक्स, गुरबत बारे सवाल हो गया, इस तरह भी आ सकते हैं। सोशल मीडिया उत्ते सवाल आ जाता है, ठीक है, ਉਹਦੇ ਫਵਾਇਦ ਤੇ ਨੁਕਸਾਨਾਤ ਦੱਸੋ। ਜਿਸ ਤਰ੍ਹਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਜੀ ਉਰਦੂ ਪਰਚੇ ਵਿੱਚ ਤੁਹਾਡੇ ਕੋਲ ਸਵਾਲ ਆਉਂਦਾ ਹੈ, ਇਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਤੁਹਾਡੇ ਕੋਲ ਮਜ਼ਮੂਨ ਨਵੇਸੀ ਦਾ ਸਵਾਲ ਆਉਂਦਾ 15 ਨੰਬਰ ਦਾ ਹੈ। ਕੁਝ ਪਿਓਰ ਪੰਜਾਬੀ ਵਿੱਚ ਵੀ ਆ ਜਾਂਦਾ ਹੈ ਕਿ ਜੀ ਪੰਜਾਬੀ ਜਿਹੜਾ ਤੁਸੀਂ ਪੜ੍ਹਿਆ, ਸੂਫੀ ਸ਼ਾਇਰੀ ਹੋ ਗਈ, ਬਾਬਾ ਫਰੀਦ ਉੱਤੇ ਕੋਈ ਲਿਖੋ, ਸ਼ਲੋਕ ਦੇ ਬਾਰੇ 'ਚ ਕੁਛ ਦੱਸਦੇ ਹੋ, ਜਾਂ ਪੰਜਾਬੀ ਅਦਬ ਜਾਂ ਲੋਕ ਅਦਬ ਵਗੈਰਾ ਵਗੈਰਾ, ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਨੇ। ਮੈਨੂੰ ਯਾਦ ਪੈਂਦਾ ਪੰਜਾਬੀ ਦਾ ਜਿਹੜਾ ਪਿਛਲਾ ਪਰਚਾ 2020 ਦਾ ਆਇਆ, ਉਹਦੇ ਵਿੱਚ ਮੇਰੇ ਖਿਆਲ ਨਾਲ ਬਾਬਾ ਫਰੀਦ ਦਾ ਆਇਆ ਜਾਂ ਸੂਫੀ ਸ਼ਾਇਰੀ ਦੀ ਰਵਾਇਤ ਦੇ ਬਾਰੇ 'ਚ ਗੱਲ ਕੀਤੀ ਗਈ ਹੈ, ਤਸਵੁਫ ਦੇ ਬਾਰੇ 'ਚ, ਇਸ ਤਰ੍ਹਾਂ ਦੇ ਕੋਈ ਮੇਰੇ ਖਿਆਲ ਨਾਲ ਬਾਬਾ ਫਰੀਦ ਉੱਤੇ ਸਵਾਲ ਆਇਆ, ਮੈਨੂੰ ਠੀਕ ਨਾਲ ਯਾਦ ਨਹੀਂ, ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਇਹਨੂੰ ਅਟੈਂਪਟ ਕਰਨ ਦਾ ਕੀ ਤਰੀਕਾ ਹੁੰਦਾ। ਅੱਛਾ, ਇਹ ਜਿਹੜਾ ਨਾ 15 ਨੰਬਰ ਦਾ ਸਵਾਲ ਹੈ, ਇਹਦੇ ਵਿੱਚ ਆਊਟਲਾਈਨਸ ਨਹੀਂ ਹੁੰਦੀਆਂ ਜਿਵੇਂ ਅੰਗਰੇਜ਼ੀ ਵਿੱਚ ਹੁੰਦੀਆਂ ਨੇ, ਠੀਕ ਹੈ। ਹੈਡਿੰਗਸ ਲਿਖ ਵੀ ਸਕਦੇ ਹੋ ਅਤੇ ਨਹੀਂ ਵੀ ਲਿਖ ਸਕਦੇ, ਪਰ ਕੋਸ਼ਿਸ਼ ਕਰੋ ਕਿ ਨਾ ਲਿਖੋ। ਪੈਰਾਗ੍ਰਾਫ ਵਿੱਚ ਮਜ਼ਮੂਨ ਲਿਖੋ ਜਿਵੇਂ ਅਸੀਂ ਉਰਦੂ ਵਿੱਚ ਲਿਖਦੇ ਹਾਂ। ਪੈਰਾਗ੍ਰਾਫਸ ਹੁੰਦੇ, ਇੱਕ ਸਾਡਾ ਸਟਾਰਟਿੰਗ ਪੈਰਾਗ੍ਰਾਫ ਹੁੰਦਾ, ਸਟਾਰਟ ਜਿਹਨੂੰ ਕਿਹਾ ਜਾਂਦਾ ਹੈ ਜਾਂ ਜਿਹਨੂੰ ਇਬਤਦਾ ਕਿਹਾ ਜਾਂਦਾ ਹੈ, ਠੀਕ ਹੈ। ਇਬਤਦਾ ਹੁੰਦਾ ਜਾਂ ਆਫਕੋਰਸ ਇਹ ਤਾਂ ਉਰਦੂ ਦਾ ਵਰਡ ਹੈ, ਇਹਨੂੰ ਕਿਹਾ ਜਾਂਦਾ ਜੀ ਮੁੱਢ, ਠੀਕ ਹੈ। ਇਹ ਹੁੰਦਾ। ਫਿਰ ਸਾਡਾ ਹੁੰਦਾ ਮਿਡਲ ਪਾਰਟ। ਮਿਡਲ ਪਾਰਟ ਕਿਹੜਾ ਜੀ? ਵਿਚਕਾਰ ਵਾਲਾ ਹਿੱਸਾ, ਠੀਕ ਹੈ। ਅਤੇ ਫਿਰ ਸਾਡੇ ਕੋਲ ਅਖੀਰਲੀ ਗੱਲ ਆਉਂਦੀ ਹੈ, ਐਂਡਿੰਗ ਜਿਹੜੀ ਹੁੰਦੀ ਹੈ, ਠੀਕ ਹੈ। ਅਖੀਰਲੀ ਗੱਲ ਜਾਂ ਅਖੀਰਲਾ ਸਿੱਟਾ। ਇਸ ਤਰ੍ਹਾਂ ਅਸੀਂ ਇਹਨੂੰ 3 ਪਾਰਟਸ ਵਿੱਚ ਪਾਰਟੀਸ਼ਨ ਕਰਨੇ ਆ। ਸਟਾਰਟ ਹੋ ਗਿਆ, ਮਿਡਲ ਹੋ ਗਿਆ ਅਤੇ ਐਂਡਿੰਗ ਹੋ ਗਈ। ਮੁੱਢ ਤੁਸੀਂ ਬੰਨ੍ਹਣਾ ਹੈ, ਫਿਰ ਤੁਸੀਂ ਵਿਚਕਾਰ ਵਾਲੀ ਗੱਲ ਕਰਨੀ ਹੈ ਅਤੇ ਫਿਰ ਅਖੀਰਲੀ ਗੱਲ ਕਰਕੇ ਤੁਸੀਂ ਕਨਕਲੂਡ ਕਰ ਦੇਣਾ, ਠੀਕ ਹੈ। ਇਹਦੇ ਵਿੱਚ ਤੁਸੀਂ ਕੁਰਾਨੀ ਆਇਤਾਂ ਵੀ ਪਾ ਸਕਦੇ ਹੋ, ਠੀਕ ਹੈ। ਸ਼ੇਰ ਹੋ ਗਏ ਤਾਂ ਉਹ ਵੀ ਪਾ ਸਕਦੇ ਹੋ। ਡਿਪੈਂਡ ਕਰਦਾ ਕਿ ਤੁਹਾਡੇ ਕੋਲ ਟੌਪਿਕ ਤੁਸੀਂ ਕੀ ਆਪਟ ਕੀਤਾ ਹੈ, ਠੀਕ ਹੈ। ਕੁਰਾਨੀ ਆਇਤ ਹੋ ਗਏ, ਕੋਈ ਵੀ ਕੋਟੇਸ਼ਨਸ ਹੋ ਗਏ ਪੰਜਾਬੀ ਵਿੱਚ, ਠੀਕ ਹੈ। ਕੋਸ਼ਿਸ਼ ਕਰੋ ਪੰਜਾਬੀ ਵਿੱਚ ਹੀ ਗੱਲ ਹੋਏ, ਠੀਕ ਹੈ। ਪੰਜਾਬੀ ਅਸ਼ਾਰ ਅਤੇ ਅਕਵਾਲ ਵੀ ਲਿਖੇ ਜਾ ਸਕਦੇ ਨੇ। ਇਹਦੇ ਵਿੱਚ ਮਿਆਰ ਹੋਣਾ ਚਾਹੀਦਾ, ਠੀਕ ਹੈ। ਤਾਦਾਦ ਨੂੰ ਤੁਸੀਂ ਨਹੀਂ ਵੇਖਣਾ, ਤੁਸੀਂ ਮਿਆਰ ਵੇਖਣਾ। ਕੁਆਲਿਟੀ, ਕੁਆਂਟਿਟੀ ਡਜ਼ਨਟ ਮੈਟਰ, ਠੀਕ ਹੈ। ਨੋਰਮਲੀ ਕਿੰਨੇ ਸਫ਼ੇ ਹੋਣੇ ਚਾਹੀਦੇ ਨੇ? ਇੱਕ ਕਾਮਨ ਕੁਐਸਚਨ ਹੁੰਦਾ ਜੀ, ਅਸੀਂ 15 ਨੰਬਰ 'ਤੇ ਲਿਖਣਾ ਅਤੇ ਕਿੰਨੇ ਪੇਜਸ ਹੋਣੇ ਚਾਹੀਦੇ ਨੇ। ਇਹ ਨਾ ਤੁਹਾਡੀ ਰਾਈਟਿੰਗ ਉੱਤੇ ਅਤੇ ਤੁਹਾਡੀ ਮਟੀਰੀਅਲ ਉੱਤੇ ਡਿਪੈਂਡ ਕਰਦਾ ਹੈ ਮੋਸਟਲੀ, ਕਿ ਤੁਹਾਡੀ ਰਾਈਟਿੰਗ ਜਿਹੜੀ ਵੱਡੀ ਹੈ ਅਤੇ ਡੈਫੀਨੇਟਲੀ ਉਹ ਜ਼ਿਆਦਾ ਪੇਜਸ ਕਵਰ ਕਰੇਗੀ, ਅਤੇ ਜੇ ਤੁਸੀਂ ਛੋਟਾ ਲਿਖਦੇ ਹੋ ਤਾਂ ਡੈਫੀਨੇਟਲੀ ਉਹ ਥੋੜ੍ਹੇ ਕਮ ਪੇਜ ਹੁੰਦੇ। ਬਟ 15 ਨੰਬਰ ਦਾ ਹੈ, ਆਈ ਗੈਸ 3 ਤੋਂ 4 ਪੇਜਸ, ਠੀਕ ਹੈ। ਆਈ ਐਮ ਨਾਟ ਟਾਕਿੰਗ ਅਬਾਊਟ ਸ਼ੀਟਸ, ਪੇਜਸ 3 ਤੋਂ 4 ਪੇਜਸ ਕਾਫੀ ਨੇ, ਜਾਂ ਕਹਿ ਲਓ ਜੀ 2 ਤੋਂ 4, ਠੀਕ ਹੈ। ਮੈਕਸ 4 ਹੋ ਜਾਵਣ ਤੇ ਠੀਕ ਹੈ। 2 ਸ਼ੀਟਸ ਹੋ ਜਾਣਗੀਆਂ, ਠੀਕ ਹੈ, ਦੈਟ ਮੀਨਸ 4 ਸਾਈਡ ਪੇਜਸ ਹੋ ਗਏ। ਇਸ ਤਰ੍ਹਾਂ ਕਰਕੇ ਅਤੇ ਮੈਕਸ ਤੁਸੀਂ ਇੱਕ ਪੂਰੀ ਸ਼ੀਟ ਫਿਲ ਕਰਨੀ ਨੇ 4 ਸਾਈਡਾਂ 15 ਨੰਬਰ 'ਤੇ, ਠੀਕ ਹੈ। ਜੇ ਘੱਟ ਵੱਧ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਸਾਰਾ ਤੁਹਾਡੇ ਉੱਤੇ ਹੈ ਨਾ ਕਿ ਤੁਸੀਂ ਕਿਸ ਤਰ੍ਹਾਂ ਉਹਨੂੰ ਲਿਖਣਾ ਚਾਹੁੰਦੇ ਹੋ, ਤੁਹਾਨੂੰ ਕਿੰਨਾ ਕੋਈ ਆਉਂਦਾ ਹੈ। ਲੇਕਿਨ ਇਹ ਹੈ ਕਿ ਕਮ ਅਜ਼ ਕਮ ਜਿਹੜਾ ਨਾ 2 ਤੋਂ ਜ਼ਿਆਦਾ ਪੇਜਸ ਹੋਣ, ਠੀਕ ਹੈ। ਫਰੰਟ ਬੈਕ ਜਿਹੜੀ ਹੁੰਦੀ ਹੈ ਉਸ ਤੋਂ ਜ਼ਿਆਦਾ 2, 2.5, 3 ਕਰ ਲਓ ਤਾਂ ਬਿਹਤਰ ਹੈ, ਕਿ ਐਗਜ਼ਾਮੀਨਰ ਨੂੰ ਵੀ ਪਤਾ ਲੱਗੇਗਾ ਕਿ ਤੁਸੀਂ ਕੁਛ ਲਿਖਿਆ ਹੈ, ਤੁਹਾਨੂੰ ਕੁਛ ਆਉਂਦਾ ਹੈ। ਪਹਿਲਾ ਪੇਜ ਜਿਹੜਾ ਹੈ ਉਹ ਤੁਸੀਂ ਸਟਾਰਟ ਤੋਂ ਮੁੱਢ ਬਣਨਾ ਸ਼ੁਰੂ ਕਰ ਦਿਓ,
ਠੀਕ ਹੈ। ਫਿਰ ਦੂਜਾ ਪੇਜ 'ਤੇ ਉਹਦੇ ਵਿੱਚ ਤੁਸੀਂ ਵਿਚਕਾਰ ਵਾਲੀ ਗੱਲ ਕਰੋ ਅਤੇ ਫਿਰ ਅਖੀਰਲਾ ਜਿਹੜਾ ਉਹ ਤੁਸੀਂ ਐਂਡਿੰਗ ਕਰ ਦਿਓ। ਇਸ ਤਰ੍ਹਾਂ ਕਰਕੇ ਤੁਸੀਂ ਕੁਐਸਚਨ ਨੂੰ ਪੂਰਾ ਕਰ ਦੇਣਾ। ਮਿਸਾਲ ਦੇ ਤੌਰ ਲਈ ਮਹਿੰਗਾਈ ਉੱਤੇ ਮਜ਼ਮੂਨ ਆ ਜਾਂਦਾ ਹੈ, ਠੀਕ ਹੈ, ਅਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਸਟਾਰਟ ਕਰੋਗੇ। ਤੁਸੀਂ ਕਹੋਗੇ ਜੀ, ਮੈਂ ਸਿਰਫ ਐਗਜ਼ਾਮਪਲ ਦੇ ਰਹੀ ਹਾਂ, ਇਹ ਜ਼ਰੂਰੀ ਨਹੀਂ ਹੈ ਤੁਸੀਂ ਇਹੋ ਹੀ ਲਿਖੋ ਅਤੇ ਇਹਨੂੰ ਹੀ ਕੋਟ ਕਰੋ, ਤੁਸੀਂ ਆਪੇ ਆਪਣੀ ਸਟੱਡੀ ਕਰੋ ਡੈਫੀਨੇਟਲੀ। ਅੱਛਾ, ਹੋਰ ਜਿਹੜੀ ਨਾ ਇਹਨੂੰ ਸਟੱਡੀ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ। ਸਟੱਡੀ ਲਈ ਤੁਸੀਂ ਉਰਦੂ ਨਿਊਜ਼ਪੇਪਰ ਨੂੰ ਫੋਲੋ ਕਰ ਸਕਦੇ ਹੋ। ਤੁਸੀਂ ਕਹਿ ਰਹੇ ਹੋਗੇ ਜੀ ਪੰਜਾਬੀ ਦਾ ਪੇਪਰ ਹੈ ਅਤੇ ਮਿਸ ਕਹਿ ਰਹੇ ਨੇ ਜੀ ਉਰਦੂ ਨਿਊਜ਼ਪੇਪਰ ਫੋਲੋ ਕਰੋ। ਉਰਦੂ ਨਿਊਜ਼ਪੇਪਰ ਫੋਲੋ ਕਰਨ ਦਾ ਕੀ ਤੁਹਾਨੂੰ ਫਾਇਦਾ ਹੋਏਗਾ। ਗੱਲ ਤਾਂ ਸਾਡੀ ਸਾਰੀ ਉਰਦੂ 'ਚ ਹੁੰਦੀ ਹੈ ਨਾ। ਜਿਹੜੀਆਂ ਚੀਜ਼ਾਂ ਨੇ, ਮਹਿੰਗਾਈ ਹੋ ਗਈ, ਗੁਰਬਤ ਹੋ ਗਈ, ਆਲੂਦਗੀ ਹੋ ਗਈ, ਮਾਹੌਲ ਦੀ ਕੋਈ ਵੀ ਗੱਲ ਹੈ, ਸੋਸ਼ੋ ਇਕਨੋਮਿਕ ਕੋਈ ਵੀ ਇਸ਼ੂ ਆ ਰਿਹਾ, ਠੀਕ ਹੈ, ਸੋਸ਼ਲ ਪ੍ਰੋਬਲਮ ਜਿਹੜੇ ਸਾਡੇ ਸਾਰੇ ਨੇ, ਉਹ ਤੁਸੀਂ ਉਰਦੂ 'ਚ ਸਟਾਰਟ ਕਰੋ ਰੀਡਿੰਗ ਕਰਨਾ। ਤੁਹਾਨੂੰ ਇਹਦੇ ਨਾਲ ਦੋ ਫਾਇਦੇ ਹੋਣਗੇ। ਇੱਕ ਤਾਂ ਤੁਹਾਡਾ ਉਰਦੂ ਦਾ ਪਰਚਾ ਬੜਾ ਸਹੀ ਹੋ ਜਾਏਗਾ, ਤੁਹਾਨੂੰ ਰੀਡਿੰਗ ਆਉਣਾ ਸ਼ੁਰੂ ਹੋ ਜਾਏਗੀ, ਠੀਕ ਹੈ, ਰੀਡਿੰਗ ਕਰਨੇ ਦਾ ਢੰਗ ਆਏਗਾ। ਅਤੇ ਜਦੋਂ ਤੁਸੀਂ ਉਰਦੂ ਦਾ ਪੇਪਰ ਵੀ ਕਰੋਗੇ ਉਹਦੇ ਵਿੱਚ ਵੀ ਤੁਹਾਨੂੰ ਇੱਕ ਐਸੇ ਲਿਖਣਾ ਹੁੰਦਾ ਹੈ, ਠੀਕ ਹੈ, ਉਹ ਵੀ ਤੁਹਾਡਾ ਕਲੀਅਰ ਹੋ ਜਾਏਗਾ, ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਦੀ ਗੱਲ ਕਰਨੀ ਹੈ। ਅਤੇ ਜਦੋਂ ਤੁਸੀਂ ਉਰਦੂ ਉਹਦੇ ਆਰਟੀਕਲ ਪੜ੍ਹਨਾ ਸ਼ੁਰੂ ਕਰੋਗੇ ਨਾ, ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋਏਗਾ ਕਿ ਕਿਸ ਤਰ੍ਹਾਂ ਉਹ ਲਿਖਦੇ ਨੇ। ਫਿਰ ਉਹੀ ਚੀਜ਼ ਤੁਸੀਂ ਸਿਰਫ ਟਰਾਂਸਲੇਟ ਕਰਨੀ ਹੈ ਪੰਜਾਬੀ ਵਿੱਚ, ਠੀਕ ਹੈ, ਤੁਸੀਂ ਉਹਨੂੰ ਟਰਾਂਸਲੇਟ ਕਰਕੇ ਪੰਜਾਬੀ ਵਿੱਚ, ਉਰਦੂ ਦੀ ਗੱਲ ਹੀ ਹੈ ਸਾਰੀ। ਮਹਿੰਗਾਈ ਹੈ, ਮਹਿੰਗਾਈ ਵੀ ਸਾਨੂੰ ਇਹੀ ਪਤਾ ਜੀ, ਚੀਜ਼ਾਂ ਦੀਆਂ ਜਿਹੜੀਆਂ ਨਾ ਕੀਮਤਾਂ ਵੱਧ ਜਾਂਦੀਆਂ ਨੇ, ਠੀਕ ਹੈ, ਇਹ ਮਹਿੰਗਾਈ ਹੋ ਗਈ ਹੈ ਅੱਜ ਕੱਲ੍ਹ ਸਾਡੇ ਪਾਕਿਸਤਾਨ ਵਿੱਚ। ਮਹਿੰਗਾਈ ਦੀ ਸ਼ਰ੍ਹਾ ਇਹ ਹੈ, ਇਸ ਤਰ੍ਹਾਂ ਦੀ ਗੱਲ ਹੈ, ਅਤੇ ਇਹ ਉਰਦੂ ਵਿੱਚ ਵੀ ਤੁਹਾਨੂੰ ਮਿਲੇਗਾ, ਠੀਕ ਹੈ। ਇਸੇ ਤਰ੍ਹਾਂ ਕਰਕੇ ਤੁਸੀਂ ਸਟਾਰਟਿੰਗ ਕਰ ਦੇਣੀ ਹੈ। ਫਿਰ ਵਿਚਕਾਰ ਵਾਲੀ ਤੁਸੀਂ ਗੱਲ ਕਰਨੀ ਜੀ ਮਹਿੰਗਾਈ ਦੀਆਂ ਵਜੂਹਾਤ ਅਤੇ ਅਸਰਾਤ ਕੀ ਹੁੰਦੇ ਨੇ, ਠੀਕ ਹੈ, ਹੈਡਿੰਗਸ ਨਹੀਂ ਦੇਣੀ, ਮਹਿੰਗਾਈ ਦੇ ਵਜੂਹਾਤ ਅਤੇ ਅਸਰਾਤ ਦੱਸੋ, ਅਤੇ ਫਿਰ ਤੁਸੀਂ ਐਂਡ ਵਾਲੀ ਗੱਲ ਕਰ ਦੇਣੀ, ਜਿਸ ਤਰ੍ਹਾਂ ਕਿ ਜੀ ਰਿਕਮੈਂਡੇਸ਼ਨ ਜਿਹੜੀ ਹੁੰਦੀਆਂ ਨੇ, ਇਸ ਤਰ੍ਹਾਂ ਕੰਟਰੋਲ ਕੀਤੀ ਜਾ ਸਕਦੀ ਹੈ, ਇਹਨਾਂ ਜ਼ਰੀਆਂ ਨਾਲ ਮਹਿੰਗਾਈ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਠੀਕ ਹੈ। ਇਹ ਹੋ ਗਈ। ਅਤੇ ਚਾਹੋ ਅਤੇ ਐਂਡਿੰਗ ਵਿੱਚ ਹੀ ਤੁਸੀਂ ਜਿਹੜਾ ਐਂਡਿੰਗ ਕਰ ਰਹੇ ਹੋਗੇ, ਹੁਣ ਇਹਦੇ ਵਿੱਚ ਤੁਸੀਂ ਦੱਸ ਦਿੱਤੀ ਰਿਕਮੈਂਡੇਸ਼ਨ ਕਿਸ ਤਰ੍ਹਾਂ ਕੰਟਰੋਲ ਕੀਤੀ ਜਾ ਸਕਦੀ, ਅਤੇ ਲਾਸਟ ਵਾਲੀ 2-4 ਲਾਈਨਾਂ ਵਿੱਚ ਤੁਸੀਂ ਲਿਖ ਦੇਣਾ ਜੀ, ਕਨਕਲੂਡ ਕਰ ਦੇਣਾ ਪੂਰਾ ਤੁਹਾਡਾ ਜਿਹੜਾ ਮਜ਼ਮੂਨ ਹੋਏਗਾ, ਐਸੇ ਹੋਏਗਾ, ਉਹਨੂੰ ਕਨਕਲੂਡ ਕਰਨਾ, ਠੀਕ ਹੈ। ਉਹ ਕਿਸ ਤਰ੍ਹਾਂ ਕਰੋਗੇ ਜੀ, ਮਹਿੰਗਾਈ ਦਾ ਸ਼ੁਰੂ ਦੇ ਦੱਸੋਗੇ ਜੀ ਮਹਿੰਗਾਈ ਇਸ ਤਰ੍ਹਾਂ ਹੁੰਦੀ ਹੈ, ਉਹਦੇ ਅਸਰਾਤ ਇਹ ਹੋ ਸਕਦੇ ਨੇ, ਅਤੇ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਮੁਲਕ ਨੂੰ ਮਹਿੰਗਾਈ ਦੇ ਜਿਹੜਾ ਅਸਰਾਤ ਤੋਂ ਬਚਾ ਸਕਦੇ ਹਾਂ, ਬੁਰੇ ਅਸਰਾਤ ਤੋਂ ਬਚਾ ਸਕਦੇ ਹਾਂ, ਠੀਕ ਹੈ। ਇਸ ਤਰ੍ਹਾਂ ਕਰਕੇ ਤੁਸੀਂ ਕਨਕਲੂਡ ਕਰ ਦਿਓ। ਨੈਕਸਟ ਆਉਂਦਾ ਹੈ ਜੀ, ਇਹਦੇ ਵਿੱਚ ਇੱਥੇ ਹੋ ਗਿਆ 15 ਨੰਬਰ ਦਾ ਸਾਡੇ ਕੋਲ ਮਜ਼ਮੂਨ। ਨੈਕਸਟ ਇਹਦੇ ਵਿੱਚ ਆਉਂਦਾ ਜੀ ਪੰਜਾਬੀ ਤਰਜਮਾ, ਠੀਕ ਹੈ, ਅੰਗਰੇਜ਼ੀ ਤੋਂ ਪੰਜਾਬੀ ਤਰਜਮਾ ਕਰਨਾ। 5 ਨੰਬਰ ਦਾ ਇਹ ਹੁੰਦਾ ਹੈ। ਇਹਦੇ ਵਿੱਚ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਜਾਂਦਾ ਹੈ, ਉਹਨੂੰ ਤੁਸੀਂ ਟਰਾਂਸਲੇਟ ਕਰਨਾ। ਫੋਰ ਐਗਜ਼ਾਮਪਲ, ਇਟਸ ਰੇਨਿੰਗ ਟੂਡੇ ਸੋ ਆਈ ਕੈਨ ਨਾਟ ਗੋ ਟੂ ਮਾਈ ਵਿਲੇਜ। ਇਹਨੂੰ ਤੁਸੀਂ ਕਿਵੇਂ ਕਰੋਗੇ, ਅੱਜ ਬਾਰਿਸ਼ ਹੋ ਰਹੀ ਹੈ ਇਸ ਪਾਰੋਂ ਜਾਂ ਇਸ ਕਰਕੇ ਮੈਂ ਆਪਣੇ ਪਿੰਡ ਨਹੀਂ ਜਾ ਸਕਦਾ, ਠੀਕ ਹੈ। ਇਸ ਤਰੀਕੇ ਨਾਲ ਤੁਹਾਨੂੰ ਇੱਕ ਪੂਰਾ ਇਕਤਬਾਸ ਜਾਂ ਪੈਰਾਗ੍ਰਾਫ ਆਊਗਾ, ਅਤੇ ਉਹਦਾ ਤੁਸੀਂ ਪੰਜਾਬੀ ਤਰਜਮਾ ਕਰਨਾ ਹੋਵੇਗਾ, ਅਤੇ ਇਹ ਤੁਹਾਡੇ 20 ਨੰਬਰ ਇਸ ਕਰਕੇ ਪੂਰੇ ਹੋ ਜਾਂਦੇ ਨੇ। ਅਤੇ ਆਈ ਗੈਸ ਇਹਨੂੰ ਗੇਨ ਕਰਨਾ, ਇਸਨੂੰ ਸਕੋਰ ਕਰਨਾ ਕੋਈ ਇੰਨੀ ਮੁਸ਼ਕਿਲ ਗੱਲ ਨਹੀਂ ਹੈ। ਮਜ਼ਮੂਨ ਤੁਹਾਨੂੰ ਆਉਣਾ ਚਾਹੀਦਾ ਹੈ। ਅੰਗਰੇਜ਼ੀ ਤੋਂ ਪੰਜਾਬੀ ਜਾਂ ਉਰਦੂ ਟਰਾਂਸਲੇਸ਼ਨ ਅਸੀਂ ਕਰਨੇ ਹਾਂ ਉਰਦੂ ਦੇ ਪੇਪਰ ਵਿੱਚ, ਠੀਕ ਹੈ, ਇਹ ਸਾਡੇ ਕੋਲ ਹੁੰਦੀ ਹੈ, ਅਤੇ ਇੰਨਾ ਮੁਸ਼ਕਿਲ ਨਹੀਂ ਹੈ, ਬੜਾ ਈਜ਼ੀ ਜਿਹਾ ਹੈ। ਮੈਂ ਫਿਰ ਤੁਹਾਨੂੰ ਇੱਕ ਵਾਰੀ ਸਾਰਾ ਜਿਹੜਾ ਨਾ ਸਮਰਾਈਜ਼ ਕਰ ਦੇਣੀ ਆ। ਮਜ਼ਮੂਨ ਤੁਸੀਂ ਲਿਖਣਾ ਹੈ, ਅਤੇ ਉਹਦੇ ਵਿੱਚ ਕੀ ਆਊਟਲਾਈਨ ਨਹੀਂ ਦੇਣੀ ਆ, ਤੁਸੀਂ ਪੈਰਾਗ੍ਰਾਫ ਫਾਰਮ ਕਰਕੇ ਲਿਖਣਾ ਹੈ, ਠੀਕ ਹੈ। ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੇ ਆਨਸਰ ਸ਼ੀਟ ਹੁੰਦੀ ਹੈ ਉਹਦੀ ਬੈਕ ਉੱਤੇ ਨਾ ਥੋੜ੍ਹੀ ਜਿਹੀ ਬ੍ਰੇਨ ਸਟੋਰਮਿੰਗ ਕਰ ਲਓ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਕੋਈ ਵੀ ਟੌਪਿਕ ਹੋਏ ਤਾਂ ਉਹਦੇ ਬਾਰੇ 'ਚ ਕੀ ਲਿਖਣਾ ਚਾਹੁੰਦੇ ਹੋ, ਤਾਂ ਕਿ ਤੁਹਾਨੂੰ ਜਦੋਂ ਤੁਸੀਂ ਲਿਖੋ ਤਾਂ ਤੁਹਾਡੇ ਪੁਆਇੰਟਸ ਰੈਡੀਲੀ ਅਵੇਲੇਬਲ ਹੋਣ ਤੁਹਾਡੇ ਦਿਮਾਗ ਵਿੱਚ, ਠੀਕ ਹੈ। ਸਟਾਰਟਿੰਗ ਪੈਰਾਗ੍ਰਾਫ ਹੁੰਦਾ ਜਿਹਦੇ ਵਿੱਚ ਤੁਸੀਂ ਉਹਦਾ ਮੁੱਢ ਬਣਨਾ ਹੈ, ਕੋਈ ਗੱਲ ਕਰਕੇ ਤੁਸੀਂ ਉਸ ਟੌਪਿਕ ਤੋਂ ਲੈ ਕਰ ਆਓਗੇ, ਠੀਕ ਹੈ। ਕੋਈ ਚਾਹੋ ਤਾਂ ਕੋਈ ਰੈਂਡਮ ਗੱਲ ਕਰ ਸਕਦੇ ਹੋ, ਅਤੇ ਫਿਰ ਤੁਸੀਂ ਮਹਿੰਗਾਈ ਉੱਤੇ ਗੱਲ ਕਰੋ। ਇਸ ਤਰ੍ਹਾਂ ਕਰਕੇ ਕਨੈਕਟਿੰਗ ਡਾਟਸ ਹੋਣੇ ਚਾਹੀਦੇ ਨੇ, ਡਾਟਸ ਕਨੈਕਟ ਆਪਸ ਵਿੱਚ ਹੋਣੇ ਚਾਹੀਦੇ ਨੇ। ਐਵੇਂ ਨਹੀਂ ਹੈ ਕਿ ਅੱਗੇ ਪਿੱਛੇ ਗੱਲ ਹੋ ਰਹੀ ਹੈ, ਕੋਈ ਰਬਤ ਨਹੀਂ ਬਣ ਰਿਹਾ, ਨਹੀਂ,
बड़ा एक फ्लो ते स्मूथ फ्लो होना, स्मूथली जेह्ड़ा ना फ्लो होना चाहिदा पूरी गल च, पता ना लगे कि एक सेंटेंस दूजे सेंटेंस नाल मिलदा नहीं है, इस तरह नहीं होना। ठीक है, स्टार्टिंग पॉइंट तुसी दे दिता, फिर तुसी विचकार वाली गल कीती जिहदे विच तुसी कॉज एंड इफेक्ट दसते। ठीक है, इंट्रो जे तुसी असी अंग्रेजी च गल करी, इंट्रो हो गया, मिडल वाला जी हो गया, वी आर टॉकिंग अबाउट महंगाई। ठीक है, इन्फ्लेशन की गल हो रही है, तो ये की है स्टार्टिंग पॉइंट हो गया, दैन मिडल की असी गल करांगे। ठीक है, विचकार वाला पॉइंट जिहदे असी कॉजेज एंड इफेक्ट दसांगे। ठीक हो गया, तो लास्टली असी रिकमेंडेशन दसांगे, तो प्लस कंक्लूजन हो गया। इस तरह करके असी अपना मजमून कंप्लीट करेंगे। अच्छा, टाइम जरूर वेख लियो बिकॉज ये सिर्फ 15 नंबर का सवाल है, 15 नंबर का, तो कोशिश करो कि इनू टाइम भी तुसी 15 तो 20 मिनट ही दिओ, ज़्यादा देने की लोड़ नहीं है, क्योंकि तुसी जेड़ा ना मेरे ख्याल नाल इहदे विच पंजाबी दे पेपर विच 7 सवाल होंदे ने जिस तुसी सॉल्व करने ने 3 घंटियां विच, जिहदे विच तुहाडे 20 नंबर के भी सवाल होणगे, 10 नंबर का भी होएगा, 5 नंबर का भी ते 15 का भी, तो इस तरह तुसी मैनेज करना अपना टाइम। आई होप तुहानू समझ आ गया होगा। कोई सवाल होए तो प्लीज़ डू आस्क मी एनी टाइम। थैंक यू सो मच।